ਅੱਗੇ ਸੁਣੀਦਾ ਸੀਗਾ ਕਿ ਸੁਨਿਆਰਿਆਂ ਤੋਂ ਸੋਨਾ ਚੋਰੀ ਹੋ ਗਿਆ ਜਾਂ ਕਿਤੇ ਡਾਕਾ ਵੱਜ ਗਿਆ, ਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਡਾਕਾ ਵੱਜਦਾ? ਗੋਲਕਾਂ ਦੀਆਂ ਚੋਰੀਆਂ, ਘਿਓ ਦੇ ਘੁਟਾਲੇ, ਦਾਲਾਂ ਦੇ ਘੁਟਾਲੇ, ਸਰੋਪਿਆਂ ਦੇ ਘੁਟਾਲੇ, ਇਹ ਇੱਥੋਂ ਤੱਕ ਤਾਂ ਸਿੱਖਾਂ ਨੇ ਹਜ਼ਮ ਕਰ ਲਿਆ ਸੀ। ਪਰ ਮੈਂ ਕਹਿੰਦਾ ਵੀ ਹੁਣ ਤਾਂ ਇਹਨਾਂ ਦੁਸ਼ਟਾਂ ਨੇ ਅੱਤ ਕਰਤੀ। ਇੱਕ ਪਾਸੇ ਤੇ ਮੰਨ ਚੁੱਕੇ ਨੇ, ਜਥੇਦਾਰ ਸਾਹਿਬ ਦੀ ਸਟੇਟਮੈਂਟ ਆ ਗਈ ਆ, ਪਰ ਦੂਸਰੇ ਪਾਸੇ ਜਿਹੜੇ ਪ੍ਰਧਾਨ ਉਹ ਮੰਨ ਹੀ ਨਹੀਂ ਰਹੇ। ਉਹ ਕਹਿੰਦੇ ਵੀ ਕਿ ਹਿਸਾਬ ਕਿਤਾਬ ਦੇ ਵਿੱਚ ਕੀ ਪ੍ਰੋਬਲਮ। ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਆਸਥਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਬਿਲਕੁਲ ਨਹੀਂ, ਇਹ ਸੌਦਾ ਸਾਧ ਦਾ ਚਿੱਲ ਹੈ। ਇਹ ਦੇਖੋ ਜੀ, ਇਹ ਨਹੀਂ ਹੋ ਸਕਦਾ ਇਹਨਾਂ ਨੂੰ ਪਤਾ ਨਾ ਹੋਵੇ ਉੱਥੇ ਲੱਖਾਂ ਰੁਪਈਆ ਦੇ ਕੇ ਅਧਿਕਾਰੀ ਰੱਖੇ ਹੋਏ ਨੇ, ਇਹਨਾਂ ਨੂੰ ਸਭ ਕੁਝ ਪਤਾ ਹੈ। ਇਹ ਬੰਦੇ ਉਹ ਨੇ, ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਨੇ। ਇਹ ਰਲੇ ਹੋਏ ਨੇ ਪੰਥ ਦੋਖੀਆਂ ਦੇ ਨਾਲ। ਲੀਡਰਾਂ ਕੋਲ ਟਾਈਮ ਨਹੀਂ ਸੀ, ਲੇਟ ਹੋ ਗਏ। 450 ਸਰੂਪ ਜਿਹੜਾ ਸਲਾਬਿਆ ਗਿਆ, ਇਸ ਕਿਸਮ ਦੀਆਂ ਜਿਹੜੀਆਂ ਬੇਅਦਬੀਆਂ ਇਹ ਕਰਵਾਉਂਦੇ ਨੇ। ਇੱਕ ਪਾਸੇ ਤੇ ਪੰਥ ਦੋਖੀ ਬੇਅਦਬੀਆਂ ਕਰਦੇ ਸੀ, ਜਦੋਂ ਫਿਰ ਆਪਦੇ ਕਰ ਲੱਗ ਪੈਣ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਪੰਥ ਖਤਰੇ 'ਚ ਨਹੀਂ? ਨਹੀਂ ਜੀ, ਪੰਥ ਦੋਖੀ ਤਾਂ ਮੈਂ ਕਹਿੰਦਾ ਪੰਥ ਦੋਖੀ ਇਹ ਨੇ ਅਸਲ ਦੇ ਵਿੱਚ। ਇਹਨਾਂ ਨੂੰ ਇਸ ਗੱਲ ਦਾ ਪਤਾ ਹੈ, ਜਦੋਂ ਅਧਿਕਾਰੀਆਂ ਤੇ ਡੰਡਾ ਚੜਿਆ, ਜਦੋਂ ਉਹਨਾਂ ਦੀ ਪੁੱਛ ਪ੍ਰਤੀਤ ਹੋਈ, ਚੰਗੀ ਤਰ੍ਹਾਂ ਪੁੱਛਗਿੱਛ ਹੋਈ, ਛਾਣਬੀਣ, ਤਾਂ ਉਹ ਅਧਿਕਾਰੀਆਂ ਨੇ ਉਹਨਾਂ ਲੀਡਰਾਂ ਦੇ ਨਾਂ ਲੈਣੇ ਨੇ ਜਿਨ੍ਹਾਂ ਦੇ ਨਾਂ ਤੇ ਸਰੂਪ ਇਹਨਾਂ ਨੇ ਪਹੁੰਚਾਏ ਨੇ, ਪੰਥ ਦੋਖੀਆਂ ਨੂੰ ਪਹੁੰਚਾਏ ਨੇ ਜਾਂ ਕਿੱਥੇ ਪਹੁੰਚਾਏ ਨੇ, ਉਹ ਸਾਰਾ ਸਾਹਮਣੇ ਆਉਣਾ ਹੈ। ਇਹ ਉਦਾਂ ਤਾਂ ਇਹ ਗੱਲਾਂ ਕਰਦੇ ਨੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕਰਦੇ ਹਾਂ, ਪਰ ਸੇਵਾ ਕਰਦੇ ਨੇ ਇਹ ਬਾਦਲ ਪਰਿਵਾਰ ਦੀ। ਜੇ ਕਿਸੇ ਨੂੰ ਮਿਸ ਕਾਲ ਵੀ ਸੁਖਬੀਰ ਦੀ ਵੱਜ ਜੇ ਤਾਂ ਚੌ ਚੜ ਜਾਂਦਾ ਲੌਂਗੋਵਾਲ ਵਰਗਿਆਂ ਨੂੰ। ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਹੈ, ਉਹਨਾਂ ਦੇ ਕੁਝ ਬਿਆਨ, ਸਿਰਫ ਬਿਆਨ ਬਹੁਤ ਸੋਹਣੇ ਆਉਂਦੇ ਨੇ, ਪਰ ਪ੍ਰੈਕਟੀਕਲੀ ਅਮਲ, ਕਿਉਂਕਿ ਉਹਨਾਂ ਦੇ ਮੈਨੂੰ ਲੱਗਦਾ ਨਹੀਂ ਕੋਈ ਹੱਥ ਵੱਸ ਹੈਗੀ ਇਹ ਗੱਲ, ਪ੍ਰੈਕਟੀਕਲੀ ਅਮਲ ਕੋਈ ਨਹੀਂ ਹੁੰਦਾ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਅੱਜ ਅਸੀਂ ਗੱਲਬਾਤ ਕਰਾਂਗੇ, ਆਏ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਗੁੰਮ ਹੁੰਦੇ ਨਜ਼ਰ ਆ ਰਹੇ ਨੇ, ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਪਿੰਡਾਂ ਦੇ ਵਿੱਚੋਂ ਹੋਵੇ। ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਚੋਰੀ ਹੁੰਦੇ ਸਨ, ਜਿਵੇਂ ਬੁਰਜ ਜਵਾਹਰ ਸਿੰਘ ਵੱਲ ਤੋਂ ਚੋਰੀ ਹੋਏ ਸਨ, ਉਸ ਤੋਂ ਬਾਅਦ ਕਿੱਡੀ ਵੱਡੀ ਦੁਸ਼ਟਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਬੇਅਦਬੀ ਉਸ ਏਰੀਏ ਦੇ ਵਿੱਚ ਕੀਤੀ ਗਈ, ਅੰਗ ਜਿਹੜੇ ਉਹ ਗਲੀਆਂ ਦੇ ਵਿੱਚ ਖਿਲਾਰੇ ਗਏ। ਉਹ ਜਿਹੜਾ ਮਸਲਾ ਹਜੇ ਸੁਲਝ ਕੇ ਜਿਹੜਾ ਸਾਹਮਣੇ ਨਹੀਂ ਆਇਆ ਸੀ। ਉਸ ਤੋਂ ਬਾਅਦ ਕਿੱਡੇ ਵੱਡੇ ਵੱਡੇ ਧਰਨੇ ਲੱਗਦੇ ਨੇ, ਪਰ ਹੱਲ ਕੁਝ ਵੀ ਨਹੀਂ ਨਿਕਲਦਾ। ਦੋਸ਼ੀ ਜਿਉਂ ਦੇ ਤਿਉਂ ਸ਼ਰੇਆਮ ਘੁੰਮਦੇ ਫਿਰਦੇ ਨੇ, ਇਲਜ਼ਾਮ ਲੱਗਦੇ ਨੇ, ਉਹਨਾਂ 'ਤੇ ਬੜੇ ਵੱਡੇ ਇਲਜ਼ਾਮ ਲੱਗਦੇ ਨੇ, ਕੋਰਟਾਂ 'ਚ ਕੇਸ ਚੱਲਦੇ ਨੇ, ਪਰ ਜਿਹੜਾ ਉਹਦਾ ਹੱਲ ਨਹੀਂ ਆਇਆ ਹੋਇਆ। ਉਹਨਾਂ ਨੂੰ ਬਾਅਦ ਦੇ ਵਿੱਚ ਸਿਕਿਉਰਟੀਆਂ ਵੀ ਮਿਲਦੀਆਂ ਨੇ, ਪਰ ਉਹ ਸ਼ਰੇਆਮ ਘੁੰਮਦੇ ਰਹਿੰਦੇ ਨੇ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵਿੱਚੋਂ 267 ਸਰੂਪ ਚੋਰੀ ਹੁੰਦੇ ਨੇ। ਜਥੇਦਾਰ ਸਾਹਿਬ ਦਾ ਬਾਅਦ ਦੇ ਵਿੱਚ ਸਟੇਟਮੈਂਟ ਆਉਂਦੀ ਹੈ ਕਿ 328 ਸਰੂਪ ਹੋ ਗਏ ਨੇ। ਹਜੇ ਕੋਈ ਪੱਕਾ ਪਤਾ ਨਹੀਂ, 328 ਤੋਂ ਜ਼ਿਆਦਾ ਵੀ ਹੋ ਸਕਦੇ ਨੇ, ਪਰ ਖੁਲਾਸੇ ਆਉਣੇ ਹਜੇ ਬਾਕੀ ਨੇ। ਆਖਰ ਸਰੂਪ ਗੁੰਮ ਕਿਉਂ ਹੋਏ? ਕਿੱਥੇ ਸੀ ਸ਼੍ਰੋਮਣੀ ਕਮੇਟੀ ਦਾ ਧਿਆਨ? ਉਸ ਤੋਂ ਬਾਅਦ ਇੱਕ ਕਲਿਆਣ ਦੇ ਵਿੱਚ ਪੁਰਾਤਨ ਸਰੂਪ ਸੀਗਾ, ਜਿਹੜਾ ਛੋਟਾ ਸਰੂਪ ਜਿਹਨੂੰ ਕਹਿ ਦਿੰਦੇ ਆ, ਉੱਥੋਂ ਵੀ ਇੱਕ ਸਰੂਪ ਜਿਹੜਾ ਉਹ ਗੁੰਮ ਹੋ ਜਾਂਦਾ ਜਾਂ ਕਿੱਧਰ ਜਾਂਦਾ ਹੈ। ਉਹਨਾਂ ਦਾ ਪੂਰਾ ਧਿਆਨ ਜਿਹੜੇ ਪ੍ਰਚਾਰਕ ਮਾਲਵੇ ਤੋਂ ਹਰਜਿੰਦਰ ਸਿੰਘ ਮਾਝੀ ਜੀ ਜਿਹੜੇ ਦੇਖ ਰਹੇ ਸਨ, ਪਰ ਹਜੇ ਤੱਕ ਉਹਦਾ ਹੱਲ ਨਿਕਲਿਆ ਕਿ ਨਹੀਂ ਨਿਕਲਿਆ। ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਸਰੂਪਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। ਫਤਿਹ ਅਰਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝੀ ਸਾਹਿਬ ਜੀ, ਜਿਵੇਂ ਆਏ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕਿਉਂ ਚੋਰੀ ਹੋ ਰਿਹਾ? ਚੀਜ਼ਾਂ ਚੋਰੀ ਕਰਨ ਨੂੰ ਤਾਂ ਹੋਰ ਹੁੰਦੀਆਂ ਸੀ। ਅੱਗੇ ਸੁਣੀਦਾ ਸੀਗਾ ਕਿ ਸੁਨਿਆਰਿਆਂ ਤੋਂ ਸੋਨਾ ਚੋਰੀ ਹੋ ਗਿਆ ਜਾਂ ਕਿਤੇ ਡਾਕਾ ਵੱਜ ਗਿਆ, ਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਡਾਕਾ ਵੱਜਦਾ? ਦੇਖੋ ਜੀ, ਇਹ ਬਹੁਤ ਅਫਸੋਸਜਨਕ, ਦੁੱਖਦਾਇਕ ਗੱਲ ਹੈ। ਮੇਰਾ ਖਿਆਲ ਇਸ ਤੋਂ ਵੱਡੀ ਅਫਸੋਸ ਤੇ ਦੁੱਖ ਦੇਣ ਵਾਲੀ ਗੱਲ ਕੋਈ ਹੋ ਹੀ ਨਹੀਂ ਸਕਦੀ ਕਿ ਪੰਜਾਬ ਦੀ ਧਰਤੀ ਹੋਵੇ ਔਰ ਗੁਰੂਆਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ ਹੋਵੇ, ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ, ਇਹ ਲਫ਼ਜ਼ ਵੀ ਸਾਨੂੰ ਮਤਲਬ ਵਰਤਣੇ ਪੈ ਰਹੇ ਨੇ। ਕਦੇ ਗੁੰਮ ਲਫ਼ਜ਼, ਕਦੇ ਜਿਹੜਾ ਚੋਰੀ ਹੋਣਾ ਗੁਰੂ ਗ੍ਰੰਥ ਸਾਹਿਬ ਲਈ, ਕਿ ਬੇਅਦਬੀ ਹੋਣੀ। ਔਰ ਮੈਂ ਕਹਿੰਦਾ ਵੀ ਇਹ ਬਹੁਤ ਵੀ ਹੋ ਕਿਉਂ ਰਹੇ ਨੇ, ਇਹਦੇ ਪਿੱਛੇ ਮੈਨੂੰ ਲੱਗਦਾ ਹੈ ਜਿਹੜੀ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਇਹ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੈ, ਜਿਹੜੀ ਪੂਰੀ ਮਨੁੱਖਤਾ ਦੀ ਅਗਵਾਈ ਕਰਦੇ ਨੇ। ਜਿਹੜੇ ਫਿਰਕੂ ਅਨਸਰ ਨੇ, ਜਿਹੜੇ ਮਾਨਵਤਾ ਦਾ ਭਲਾ ਨਹੀਂ ਚਾਹੁੰਦੇ, ਉਹ ਗੁੰਡਾ ਅਨਸਰ ਹੀ ਕੋਈ ਇਹੋ ਜਿਹੇ ਘਟੀਆ ਕੰਮ ਜਿਹੜੇ ਨੇ, ਅਪਰਾਧ, ਪਾਪ, ਮਹਾਪਾਪ ਕਰ ਸਕਦੇ ਨੇ। ਸੋ
ਇਹਦੇ ਨਾਲ ਜਿਹੜਾ ਸਭ ਤੋਂ ਮੈਨੂੰ ਖਤਰਨਾਕ ਗੱਲ ਇਹ ਲੱਗ ਰਹੀ ਹੈ ਜੀ ਕਿ ਜਿਹੜੇ ਦੇਖੋ ਤੁਸੀਂ ਹੋ, ਮੈਂ ਆ, ਆਪਾਂ ਜਿੰਨੇ ਮਤਲਬ ਨੌਜਵਾਨ ਆ ਜਾਂ ਬਜ਼ੁਰਗ ਨੇ, ਉਹਨਾਂ ਨੇ ਇਹ ਘਟਨਾਵਾਂ ਪਹਿਲਾਂ ਨਹੀਂ ਸੀ ਸੁਣੀਆਂ। ਇਸ ਕਰਕੇ ਜਦੋਂ ਕੋਈ ਬੇਅਦਬੀ ਵਰਗੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਇੱਕ ਵਾਰੀ ਝਟਕਾ ਲੱਗਦਾ, ਦੁੱਖ ਲੱਗਦਾ। ਤਾਂ ਜਿਹੜੇ ਸਾਡੇ ਹੁਣ ਬੱਚੇ ਨੇ 5-5 7-7 ਸਾਲ ਦੇ, 10-10 ਸਾਲ ਦੇ, ਮਤਲਬ ਇਸ ਉਮਰ ਤੋਂ ਉਹ ਨਿਊਜ਼ ਪੜ੍ਹ ਰਹੇ ਨੇ, ਦੇਖ ਰਹੇ ਨੇ, ਸੁਣ ਰਹੇ ਨੇ ਬਜ਼ੁਰਗਾਂ ਤੋਂ ਗੱਲਾਂ ਬੇਅਦਬੀ ਦੀਆਂ। ਸੋ ਜਦੋਂ ਉਹ ਨੌਜਵਾਨ ਹੋਣਗੇ ਉਹਨਾਂ ਨੂੰ ਤਾਂ ਇਹ ਨੋਰਮਲ ਲੱਗਣ ਲੱਗ ਜੂਗਾ। ਇਹ ਬੜਾ ਖਤਰਨਾਕ ਹੈ ਜਿਹੜਾ ਰੁਝਾਨ ਪੰਜਾਬ ਦੇ ਵਿੱਚ ਚੱਲ ਰਿਹਾ ਜੀ। ਆਖਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਚੋਰੀ ਹੁੰਦੇ? ਜਿਵੇਂ ਤੁਸੀਂ ਗੱਲਬਾਤ ਕੀਤੀ ਕਿ ਸਾਨੂੰ ਇਸ ਚੀਜ਼ 'ਤੇ ਵੀ ਸ਼ਰਮ ਜੀ ਆਉਣ ਲੱਗ ਪਈ ਵੀ ਆਪਾਂ ਕਿਵੇਂ ਲਫ਼ਜ਼ ਵਰਤ ਗਏ, ਕਿਹੜੇ ਲਫ਼ਜ਼ ਵਰਤ ਗਏ। ਪਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਸਭ ਤੋਂ ਉੱਚੀ ਸੰਸਥਾ ਮੰਨੀ ਜਾਂਦੀ ਆ, ਸਭ ਤੋਂ ਵਧੀਆ ਸੰਸਥਾ ਵੀ ਜੇਕਰ ਗੱਲ ਕਰੀਏ ਤਾਂ ਸਿੱਖਾਂ ਦੀ ਹੈਗੀ ਆ, ਪਰ ਉੱਥੇ ਕਿਉਂ ਲਾਪਤਾ ਹੋ ਗਏ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ। ਅੱਜ ਭਾਈ ਲਛਮਣ ਸਿੰਘ ਧਾਰੋਵਾਲ ਜੀ ਨੂੰ ਅਸੀਂ ਯਾਦ ਕਰਦੇ ਹਾਂ। ਮਤਲਬ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸਿੱਖਾਂ ਨੇ। ਨਰੈਣੂ ਮਹੰਤ ਵਰਗੇ ਗੁੰਡੇ, ਕਰੈਕਟਰਲੈਸ ਲੋਕਾਂ ਨੂੰ ਭਜਾਇਆ, ਸ਼੍ਰੋਮਣੀ ਕਮੇਟੀ ਬਣੀ। ਔਰ ਮਤਲਬ ਬਹੁਤ ਮਾਣ ਸੀਗਾ ਸ਼੍ਰੋਮਣੀ ਕਮੇਟੀ ਦੇ ਉੱਤੇ ਸਿੱਖਾਂ ਨੂੰ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਨੇ, ਪਿਛਲੇ ਸਮੇਂ ਤੋਂ ਬਾਦਲ ਪਰਿਵਾਰ ਹੀ ਇਹਦੇ ਉੱਤੇ ਕਾਬਜ਼ ਹੈ। ਇਹਨਾਂ ਨੇ ਇਸ ਕਿਸਮ ਦੀਆਂ ਹਰਕਤਾਂ ਉੱਥੇ ਕੀਤੀਆਂ ਕਿ ਅੱਜ ਪੂਰੀ ਸਿੱਖ ਕੌਮ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਉੱਤੇ ਮਾਣ ਕਰਨ ਦੀ ਥਾਂ 'ਤੇ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ। ਐਸੇ ਵਾਰਦਾਤਾਂ ਉੱਥੇ ਹੋਈਆਂ ਨੇ। ਗੋਲਕਾਂ ਦੀਆਂ ਚੋਰੀਆਂ, ਘਿਓ ਦੇ ਘੁਟਾਲੇ, ਦਾਲਾਂ ਦੇ ਘੁਟਾਲੇ, ਸਰੋਪਿਆਂ ਦੇ ਘੁਟਾਲੇ, ਇਹ ਇੱਥੋਂ ਤੱਕ ਤਾਂ ਸਿੱਖਾਂ ਨੇ ਹਜ਼ਮ ਕਰ ਲਿਆ ਸੀ। ਪਰ ਮੈਂ ਕਹਿੰਦਾ ਵੀ ਹੁਣ ਤਾਂ ਇਹਨਾਂ ਦੁਸ਼ਟਾਂ ਨੇ ਅੱਤ ਕਰਤੀ। ਇਸ ਤੋਂ ਵੱਧ ਤਾਂ ਕੁਝ ਹੋ ਨਹੀਂ ਸਕਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪੂਰੀ ਮਾਨਵਤਾ ਦੇ ਰਹਿਬਰ ਨੇ, ਉਹਨਾਂ ਦੇ ਪਾਵਨ ਸਰੂਪਾਂ ਦੇ ਵਿੱਚ ਵੀ ਇਸ ਤਰ੍ਹਾਂ ਉਹਨਾਂ ਨੂੰ ਖੁਰਦ-ਬੁਰਦ ਕਰ ਦੇਣਾ। ਪਹਿਲਾਂ 267 ਸਰੂਪ, ਹੁਣ 328 ਤੇ ਗੱਲ ਆ ਗਈ। ਔਰ 125 ਸਰੂਪ ਇੱਕ ਔਰ 61 ਸਰੂਪ ਇੱਕ, ਇਹ ਉਹ ਸਰੂਪ ਨੇ ਜਿਹੜੇ ਬਿਨਾਂ ਕਿਸੇ ਇਜਾਜ਼ਤ ਤੋਂ, ਜਦੋਂ ਉਹਨਾਂ ਦੀ ਅਸਲ 'ਚ ਕੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਾਪਣ ਲਈ ਪੰਨੇ ਦਿੱਤੇ ਜਾਂਦੇ ਨੇ। ਕੁਝ ਵਧੀਕ ਪੰਨੇ ਦਿੱਤੇ ਜਾਂਦੇ ਨੇ ਕਿ ਜੇ ਮੰਨ ਲਓ ਕੋਈ ਪ੍ਰਿੰਟਿੰਗ ਦੇ ਵਿੱਚ ਪ੍ਰੋਬਲਮ ਆਵੇ ਤਾਂ ਤੁਸੀਂ ਇਹਨਾਂ ਪੰਨਿਆਂ ਨੂੰ ਵਰਤ ਲਓ। ਕਿੱਡੇ ਦੁੱਖ ਦੀ ਗੱਲ ਹੈ ਕਿ ਜਿਹੜੇ ਉਹ ਵਾਧੂ ਪੰਨੇ ਦਿੱਤੇ ਜਾਂਦੇ ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਕਿ ਇੱਕ ਸਰੂਪ ਦੇ ਪਿੱਛੇ ਕਿੰਨੇ ਵਾਧੂ ਪੰਨੇ ਦੇਣੇ ਆ। ਇਸੇ ਕਰਕੇ ਉੱਥੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਵਾਧੂ ਪੰਨਿਆਂ ਤੋਂ ਹੀ, ਮਤਲਬ ਜਿਹੜੇ ਰਿਕਾਰਡ ਦੇ ਵਿੱਚ ਆ ਚੁੱਕੀ ਹੈ ਗੱਲ, ਉਹ 125 ਤੇ 61 ਇਹ ਸਰੂਪ ਜਿਹੜੇ ਨੇ ਟੋਟਲ, ਉਹਨਾਂ ਨੇ ਵਾਧੂ ਪੰਨਿਆਂ ਤੋਂ ਐਕਸਟਰਾ ਜਿਹੜੇ ਵੱਧ ਛਾਪ ਲਏ। ਕਿੰਨੇ ਕੁ ਛਾਪੇ ਗਏ ਹੋਣਗੇ ਉਹ ਵੱਖਰੀ ਗੱਲ ਹੈ। 328 ਸਰੂਪ ਇਸ ਵਕਤ ਜਿਹੜੇ ਨੇ ਮਤਲਬ ਇਹ ਖੁਰਦ-ਬੁਰਦ ਹੋ ਚੁੱਕੇ ਨੇ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜੇ ਉੱਥੇ ਤਫਤੀਸ਼ ਹੋਵੇ ਇਮਾਨਦਾਰੀ ਨਾਲ ਤਾਂ ਇਹ ਗਿਣਤੀ ਸੈਂਕੜਿਆਂ 'ਚ ਨਹੀਂ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਪੰਕਤੀ ਹੈ ਉਹ ਵੀ ਸਾਡੇ ਲਈ ਬਹੁਤ ਜ਼ਿਆਦਾ ਸਤਿਕਾਰਯੋਗ ਹੈ, ਪਰ ਇੱਥੇ ਤਾਂ ਸੈਂਕੜਿਆਂ 'ਚ ਨਹੀਂ, ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਸਰੂਪ ਨੇ ਖੁਰਦ-ਬੁਰਦ ਕਰ ਦਿੱਤੇ ਨੇ ਉਹਨਾਂ ਲੋਕਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੀ, ਗੁਰਧਾਮਾਂ ਦੀ ਸੰਭਾਲਣ ਦੀ ਔਰ ਸਿੱਖੀ ਦਾ ਪ੍ਰਚਾਰ ਕਰਨਾ ਸੀ। ਮੈਂ ਕਹਿੰਦਾ ਇਹ ਤਾਂ ਸੌਦੇ ਸਾਧ ਦੇ ਪਿਓ ਬਣ ਕੇ ਉਸ ਤੋਂ ਵੀ ਉੱਪਰ ਦੀ ਹੋ ਕੇ ਜਿਹੜੇ ਅਪਰਾਧ ਨੇ ਇਹ ਕਰਨ ਲੱਗੇ ਨੇ ਜੀ। ਇੱਕ ਪਾਸੇ ਤੇ ਮੰਨ ਚੁੱਕੇ ਨੇ, ਜਹੇਦਾਰ ਸਾਹਿਬ ਦੀ ਸਟੇਟਮੈਂਟ ਆ ਗਈ ਆ, ਪਰ ਦੂਸਰੇ ਪਾਸੇ ਜਿਹੜੇ ਪ੍ਰਧਾਨ ਉਹ ਮੰਨ ਹੀ ਨਹੀਂ ਰਹੇ। ਉਹ ਕਹਿੰਦੇ ਵੀ ਕਿ ਹਿਸਾਬ ਕਿਤਾਬ ਦੇ ਵਿੱਚ ਕੀ ਪ੍ਰੋਬਲਮ ਆ। ਦੇਖੋ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ, ਅਸੀਂ ਤਾਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਆਸਥਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਬਿਲਕੁਲ ਨਹੀਂ, ਇਹ ਸੌਦਾ ਸਾਧ ਦਾ ਚੇਲਾ ਹੈ। ਪਹਿਲਾਂ ਤਾਂ ਸਾਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ, ਕਿਉਂਕਿ ਦੇਖੋ ਆ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਤਾਂ ਇਹ ਕਿਹੋ ਜਿਹੀ ਬਿਆਨਬਾਜ਼ੀ ਕਰ ਰਿਹਾ, ਹਾਸੋਹੀਣੀਆਂ ਗੱਲਾਂ ਕਰ ਰਿਹਾ ਜਿਹੜਾ ਪੂਰੀ ਦੁਨੀਆ ਸੁਣ ਰਹੀ ਹੈ। ਤੇ ਦੂਜੇ ਪਾਸੇ ਜਦੋਂ 2005 ਦੇ ਵਿੱਚ ਸੌਦਾ ਸਾਧ ਦੇ ਉੱਤੇ CBI ਨੇ ਜਾਂਚ ਸ਼ੁਰੂ ਕੀਤੀ ਆ, ਜਦੋਂ ਉਹਦੇ ਤੇ ਬਲਾਤਕਾਰ ਦੇ ਕੇਸ ਸ਼ੁਰੂ ਹੋ ਗਏ ਸੀ, ਜਦੋਂ ਜਾਂਚ ਪੜਤਾਲ CBI ਨੇ ਸ਼ੁਰੂ ਕੀਤੀ ਤਾਂ 21 ਸਤੰਬਰ 2005 ਨੂੰ DC ਦਫ਼ਤਰ ਸੰਗਰੂਰ ਦੇ ਸਾਹਮਣੇ ਡੇਰਾ ਪ੍ਰੇਮੀਆਂ ਨੇ ਇੱਕ ਰੋਸ ਮੁਜ਼ਾਹਰਾ ਕੀਤਾ ਸੀਗਾ। ਉਹ ਇਸ ਕਰਕੇ ਕੀਤਾ, ਉਹ ਪ੍ਰੇਮੀ ਕਹਿੰਦੇ ਵੀ ਸਾਡਾ ਗੁਰੂ ਹੈ, ਸਾਡਾ ਰਹਿਬਰ ਹੈ, ਤੇ ਇਹਦੀ ਜਾਂਚ ਇੱਕ ਦੁਨਿਆਵੀ ਏਜੰਸੀ ਕਰੇ, ਇਹਦੇ ਨਾਲ ਸਾਡੇ ਰਹਿਬਰ ਦੀ ਤੋਹੀਨ ਹੁੰਦੀ ਹੈ। ਮਤਲਬ ਉਹਨਾਂ ਦਾ ਦਿਲ ਦੁਖਿਆ। ਤਾਂ ਉਸ ਰੋਸ ਮੁਜ਼ਾਹਰੇ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਏ ਸੀ। ਇਹ 22 ਸਤੰਬਰ 2005 ਦੇ ਇੰਗਲਿਸ਼ ਟ੍ਰਿਬਿਊਨ ਦੀ ਨਿਊਜ਼ ਵੀ ਮੈਂ ਸਾਂਭ ਕੇ ਘਰੇ ਰੱਖੀ ਹੋਈ ਹੈ। ਸੋ ਮੇਰਾ ਕਹਿਣ ਦਾ ਮਤਲਬ ਵਿੱਚ ਤਸਵੀਰ ਹੈ ਇਹਨਾਂ ਦੀ, ਇਹਨਾਂ ਦਾ ਨਾਮ ਹੈ ਜੀ ਬਕਾਇਦਾ।
ਉਹਦਾ ਤਸਵੀਰ ਉੱਥੇ ਕਿਸੇ ਦੀ ਨਹੀਂ ਲੱਗੀ, ਪਰ ਜਿਹੜੇ ਬੰਦੇ ਉੱਥੇ ਸ਼ਾਮਲ ਸੀ ਉਹਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਨੇ। ਮਤਲਬ ਇਹਨਾਂ ਦੀ ਤਾਂ ਆਸ ਤਾਂ ਹੀ ਸੌਦਾ ਸਾਧ ਦੇ ਉੱਤੇ ਹੈ। ਗੁਰਬਾਣੀ ਦੀਆਂ ਪੰਕਤੀਆਂ ਤਾਂ ਇਹ ਅਕਸਰ ਸਟੇਜ ਤੋਂ ਬੋਲਦੇ ਆ ਭੁੱਲ ਹੀ ਜਾਂਦੇ ਹੁੰਦੇ ਨੇ। ਤਾਂ ਇਹਨਾਂ ਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਕਿੱਡੀ ਵੱਡੀ ਹੈ, ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ, ਇਸ ਕਰਕੇ ਇਹ ਹਾਸੋਹੀਣੀਆਂ ਗੱਲਾਂ ਕਰ ਰਹੇ ਨੇ। ਮਤਲਬ ਬਹੁਤ ਕਹਿ ਲਓ ਵੀ ਇਸ ਤੋਂ ਮਾੜਾ ਦਿਨ ਸਾਡੀ ਕੌਮ ਤੇ ਕਦੇ ਨਹੀਂ ਹੋ ਸਕਦਾ। ਇਹ ਅਹਿਮਦ ਸ਼ਾਹ ਅਬਦਾਲੀ ਤੋਂ ਵੀ ਵੱਡੀ ਅਵੱਗਿਆ ਕਰ ਰਹੇ ਨੇ। ਜਿਹੜਾ 60,000 ਜਦੋਂ ਸਾਡੀ ਆਬਾਦੀ ਸੀਗੀ, 30,000 ਸਿੱਖ ਸਿੰਘਣੀਆਂ ਬੱਚੇ ਸਾਰੇ 30,000 ਅੱਧੀ ਕੌਮ ਜਦੋਂ ਸ਼ਹੀਦ ਹੋ ਗਈ ਸੀ, ਇਹ ਉਸ ਤੋਂ ਵੀ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੰਨੇ ਜਿਹੜੇ ਨੇ ਲਾਪਤਾ ਹੋ ਰਹੇ ਨੇ। ਜਿਹੜੇ ਸਰੂਪ ਉੱਥੋਂ ਕਹਿੰਦੇ ਨੇ ਹਿਸਾਬ 'ਚ ਪ੍ਰੋਬਲਮ ਆ ਜਾਂ ਕੁਛ ਵੀ ਆ, ਪਰ ਸਰੂਪ ਜਾਂਦੇ ਕਿੱਥੇ ਨੇ? ਅਕਸਰ ਤਾਂ 400 ਦੇ ਕਰੀਬ ਜਿਹੜੇ ਸਰੂਪ ਉੱਥੇ ਚੋਰੀ ਹੋਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਪਰ ਇੰਨੇ ਸਰੂਪ ਗਏ ਕਿਤੇ? ਜਿਹੜੇ ਬਾਹਰ ਦੇ ਮੁਲਕਾਂ ਨੂੰ ਗਏ ਜਾਂ ਕੁਝ ਸਿਫਾਰਸ਼ਾਂ ਤੇ ਗਏ ਚਲੇ, ਜਾਂ ਫਿਰ ਇਹ ਪੰਥ ਤੋਂ ਕੀ ਖਰੀਦ ਕੇ ਲੈ ਗਏ, ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ? ਇਹ ਦੇਖੋ ਜੀ, ਇਹ ਨਹੀਂ ਹੋ ਸਕਦਾ ਇਹਨਾਂ ਨੂੰ ਪਤਾ ਨਾ ਹੋਵੇ। ਉੱਥੇ ਲੱਖਾਂ ਰੁਪਈਆ ਦੇ ਕੇ ਅਧਿਕਾਰੀ ਰੱਖੇ ਹੋਏ ਨੇ, ਇਹਨਾਂ ਨੂੰ ਸਭ ਕੁਝ ਪਤਾ ਹੈ। ਇਹ ਬੰਦੇ ਉਹ ਨੇ, ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਨੇ। ਇਹ ਰਲੇ ਹੋਏ ਨੇ ਪੰਥ ਦੋਖੀਆਂ ਦੇ ਨਾਲ। ਇਸ ਕਰਕੇ ਇਹ ਜਿਹੜਾ ਹੈਗਾ ਸਰੂਪਾਂ ਦਾ ਮਤਲਬ, ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਥ ਦੋਖੀਆਂ ਨੂੰ ਵੀ ਦੇ ਸਕਦੇ ਨੇ, ਬਾਹਰ ਵੇਚ ਵੀ ਸਕਦੇ ਨੇ। ਚੰਦ ਵੋਟਾਂ ਦੇ ਲਈ ਜਿਹੜੀ ਬਾਦਲ ਕਾ ਪਰਿਵਾਰ ਜਿਹੜਾ ਚੰਦ ਵੋਟਾਂ ਲਈ ਦੁਨੀਆ 'ਚ ਕਦੇ ਹੋਇਆ ਕਿਸੇ ਫਿਲਮ ਦੀ ਪੋਸਟਰ ਨੂੰ ਸਿਕਿਉਰਿਟੀ ਦਿੱਤੀ ਗਈ ਹੋਵੇ? ਜਿਹੜੇ ਚੰਦ ਵੋਟਾਂ ਲਈ ਇਹੋ ਜਿਹੇ ਕਾਰੇ ਕਰਵਾ ਸਕਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰੇਆਮ ਬੇਅਦਬੀ ਕਰਨ ਵਾਲਿਆਂ ਦੀ ਪੁਸਤ ਪਨਾਹੀ ਕਰ ਸਕਦੇ ਨੇ, ਉਹਨਾਂ ਲਈ ਸਰੂਪ ਵੇਚਣੇ ਕੋਈ ਵੱਡੀ ਗੱਲ ਨਹੀਂ। ਇਹ ਤਾਂ ਉਹ ਲੋਕ ਨੇ, ਆ ਦੇਖੋ ਪਿਛਲੇ ਦਿਨੀ ਪਤਾ ਲੱਗਿਆ ਵੈਨਕੂਵਰ ਦੇ ਵਿੱਚ ਜਿਹੜਾ 450 ਸਰੂਪ ਪੰਜਾਬ ਦੇ ਵਿੱਚੋਂ ਜਾਂਦਾ ਹੈ, ਇੱਕ ਬੱਸ ਦੇ ਵਿੱਚ ਲੈ ਕੇ ਜਾਂਦੇ ਨੇ। ਵੈਨਕੂਵਰ ਜਦੋਂ ਬੰਦਰਗਾਹ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਉਡੀਕ ਕਰਨੀ ਪੈਂਦੀ ਹੈ, ਇਹ ਕਹਿ ਸਕਦੇ ਹਾਂ ਆਪਾਂ। ਨਹੀਂ ਤਾਂ ਸਾਰੇ ਅਸੀਂ ਗੁਰੂ ਦੀ ਉਡੀਕ ਕਰਦੇ ਹਾਂ, ਪਰ ਇਹਨਾਂ ਨੇ ਐਸਾ ਪ੍ਰਬੰਧ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ 450 ਸਰੂਪ ਇੱਥੇ ਬੰਦਰਗਾਹ ਤੇ ਖੜਾ ਰਹੇ, ਕੋਈ ਗੱਲ ਨਹੀਂ, ਤੇ ਮਤਲਬ ਬੱਸ ਨੂੰ ਖੜਾਈ ਰੱਖੋ। ਤਾਂ 450 ਸਰੂਪ ਜਿਹੜਾ ਇਹ ਕੋਈ ਲੀਡਰ ਆਉਣਗੇ ਬਾਦਲਕਿਆਂ ਦੇ, ਉਹ ਫਿਰ ਵੱਖ-ਵੱਖ ਗੁਰਦੁਆਰਿਆਂ 'ਚ ਸਰੂਪ ਲੈ ਕੇ ਜਾਣਗੇ। ਲੀਡਰਾਂ ਕੋਲ ਟਾਈਮ ਨਹੀਂ ਸੀ, ਲੇਟ ਹੋ ਗਏ। 450 ਸਰੂਪ ਜਿਹੜਾ ਸਲਾਬਿਆ ਗਿਆ, ਇਸ ਕਿਸਮ ਦੀਆਂ ਜਿਹੜੀਆਂ ਬੇਅਦਬੀਆਂ ਇਹ ਕਰਵਾਉਂਦੇ ਨੇ ਜੀ। ਇੱਕ ਪਾਸੇ ਤਾਂ ਪੰਥ ਦੋਖੀ ਬੇਅਦਬੀਆਂ ਕਰਦੇ ਸੀ, ਜਦੋਂ ਫਿਰ ਆਪਦੇ ਕਰ ਲੱਗ ਪੈਣ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਪੰਥ ਖਤਰੇ 'ਚ ਨਹੀਂ? ਨਹੀਂ ਜੀ, ਪੰਥ ਦੋਖੀ ਤਾਂ ਮੈਂ ਕਹਿੰਦਾ ਪੰਥ ਦੋਖੀ ਇਹ ਨੇ ਅਸਲ ਦੇ ਵਿੱਚ। ਇਹ ਤਾਂ ਕਹਿ ਲਓ ਵੀ ਖੋਤੇ ਤੇ ਸ਼ੇਰ ਦੀ ਖੱਲ ਚੜੀ ਹੋਈ ਹੈ। ਟੋਟਲੀ ਇਹ ਪੰਥ ਤੋਂ ਉਲਟ ਭੁਗਤਦੇ ਨੇ। ਬੇਅਦਬੀ ਵਾਲੇ ਮਸਲੇ ਤੇ ਵੀ ਵੇਖ ਲਓ, ਇਹਨਾਂ ਨੇ ਕੋਈ ਕਾਰਵਾਈ ਬਣਦੀ ਕੀਤੀ ਹੋਵੇ ਸ਼੍ਰੋਮਣੀ ਕਮੇਟੀ ਨੇ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਸਮਿਆਂ ਦੇ ਵਿੱਚ ਇੱਕ ਸ਼ਰਮ ਪੱਤਰ ਵੀ ਦੇ ਕੇ ਆਏ ਸੀਗੇ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਕਿਵੇਂ ਸਿੱਖੀ ਦੇ ਜਿਹੜਾ ਟੋਟਲੀ ਉਲਟ ਜਾ ਰਹੇ ਹੋ। ਸੋ ਇਹਨਾਂ ਦਾ ਇਹੀ ਹੈ ਜੀ। ਹੁਣ ਵੀ ਤੁਸੀਂ ਦੇਖ ਲਓ ਕਿਵੇਂ ਯੂ ਟਰਨ ਜਿਹੜਾ ਲੈ ਰਹੇ ਨੇ। ਪਹਿਲਾਂ ਕਹਿੰਦੇ ਸੀ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਉੱਤੇ ਅਸੀਂ ਫੌਜਦਾਰੀ ਮੁਕੱਦਮੇ ਚਲਾਵਾਂਗੇ, ਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਨੇ ਕਹਿਤਾ ਅੰਤਰਿਮ ਕਮੇਟੀ ਦੀ ਜਿਹੜੀ ਦੂਜੀ ਮੀਟਿੰਗ ਹੋਈ ਕਿ ਨਹੀਂ ਜੀ, ਸ਼੍ਰੋਮਣੀ ਕਮੇਟੀ ਤਾਂ ਇੱਕ ਆਜ਼ਾਦ ਸੰਸਥਾ ਹੈਗੀ ਹੈ, ਅਸੀਂ ਆਪੇ ਹੀ ਸਾਰਾ ਕੁਝ ਕਰ ਸਕਦੇ ਹਾਂ। ਜਦੋਂ ਕਿ ਹਕੀਕਤ ਹੈ, ਲੌਂਗੋਵਾਲ ਨੂੰ ਮੈਂ ਪੁੱਛਣਾ ਚਾਹੁੰਦਾ ਆਪ ਜੀ ਦੇ ਅਕਾਲ ਚੈਨਲ ਰਾਹੀਂ ਕਿ ਲੌਂਗੋਵਾਲ ਸਾਹਿਬ ਤੁਸੀਂ ਦੱਸੋ, ਜਿਹੜਾ ਇਹ 328 ਸਰੂਪਾਂ ਦਾ ਘਪਲਾ ਸਾਹਮਣੇ ਆਇਆ ਹੈ, ਕੀ ਇਹ ਸ਼੍ਰੋਮਣੀ ਕਮੇਟੀ ਨੇ ਲਿਆਂਦਾ? ਇਹ ਤਾਂ ਉਹਨਾਂ ਬੰਦਿਆਂ ਨੇ ਲਿਆਂਦਾ, ਮਨੁੱਖੀ ਅਧਿਕਾਰ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਿਹੜਾ ਹੈਗਾ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ 'ਚ ਚੱਲਦਾ, ਸਰਬਜੀਤ ਸਿੰਘ ਵੇਰਕੇ ਉਹਨਾਂ ਨੇ ਮਿਹਨਤ ਕੀਤੀ। ਜਦੋਂ ਉਹਨਾਂ ਨੇ 25 ਜੂਨ 2020 ਦੇ ਵਿੱਚ ਖੁਲਾਸਾ ਕੀਤਾ ਨਾ ਕਿ ਸਰੂਪ ਇੱਦਾਂ ਮਤਲਬ ਗਾਇਬ ਹੋ ਰਹੇ ਨੇ, ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਸਟੇਟਮੈਂਟ ਵੇਖੋ। ਮਹਿਤਾ ਤੇ ਰੂਪ ਸਿੰਘ ਜਿਹੜਾ ਇਹਨਾਂ ਦਾ ਸਕੱਤਰ ਹੈ, ਉਹ ਕਹਿੰਦੇ ਸੀ ਕਿ ਇਹ ਜਿਹੜੇ ਸੰਗਠਨ ਵਾਲੇ ਨੇ ਇਹ ਹੁਣ ਲੋਕਡਾਊਨ ਕਰਕੇ ਵਿਹਲੇ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਝੂਠ ਬੋਲਦੇ ਨੇ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਹ ਕਾਨੂੰਨੀ ਕਾਰਵਾਈ ਜਿਹੜਾ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕਾਨੂੰਨੀ ਕਾਰਵਾਈ ਸੰਗਠਨ ਤੇ ਤਾਂ ਕਰਾਉਣ ਦੀਆਂ ਗੱਲਾਂ ਕਰਦੇ ਸੀਗੇ। ਹੁਣ ਜਿਹੜੇ ਦੋਸ਼ੀ ਨੇ ਅਧਿਕਾਰੀ, ਉਹਨਾਂ ਤੇ ਕਾਨੂੰਨੀ ਕਾਰਵਾਈ ਤੋਂ ਜਿਹੜਾ ਭੱਜ ਰਹੇ ਨੇ, ਇਹ ਅਸਲ ਵਿੱਚ ਇਸ ਕਰਕੇ ਭੱਜ ਰਹੇ ਨੇ, ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਜਦੋਂ ਅਧਿਕਾਰੀਆਂ ਤੇ ਡੰਡਾ ਚੜਿਆ, ਜਦੋਂ ਉਹਨਾਂ ਦੀ ਪੁੱਛ ਪ੍ਰਤੀਤ ਹੋਈ, ਚੰਗੀ ਤਰ੍ਹਾਂ ਪੁੱਛਗਿੱਛ ਹੋਈ, ਛਾਣਬੀਣ, ਤਾਂ ਉਹ ਅਧਿਕਾਰੀਆਂ ਨੇ ਉਹਨਾਂ ਲੀਡਰਾਂ ਦੇ ਨਾਂ ਲੈਣੇ ਨੇ ਜਿਨ੍ਹਾਂ ਨੇ ਨਾਂ ਤੇ ਸਰੂਪ ਇਹਨਾਂ ਨੇ ਪਹੁੰਚਾਏ ਨੇ, ਪੰਥ ਦੋਖੀਆਂ ਨੂੰ ਪਹੁੰਚਾਏ ਨੇ ਜਾਂ ਕਿੱਥੇ ਪਹੁੰਚਾਏ ਨੇ, ਉਹ ਸਾਰਾ ਸਾਹਮਣੇ ਆਉਣਾ। ਇਹ ਬਹੁਤ ਮਤਲਬ ਹੋਰ ਜ਼ਿਆਦਾ ਇਹਨਾਂ ਨੂੰ ਸਮੱਸਿਆਵਾਂ ਦੇ ਵਿੱਚ ਘਿਰ ਜਾਣਗੇ। ਇਸ ਦੇ ਵਿੱਚ ਐਸਜੀਪੀਸੀ ਦੇ ਕਿੰਨੇ ਮੈਂਬਰ ਆ ਸਕਦੇ ਜਾਂ ਕਿਹੜੇ ਵੱਡੇ ਲੀਡਰ ਦੇ ਜਿਹੜੇ ਨਾਮੀ ਲੀਡਰ ਆ ਸਕਦੇ? ਮੈਂ ਕਹਿੰਦਾ ਜੀ ਇਕੱਲੇ ਮੈਂਬਰਾਂ ਤੱਕ ਨਹੀਂ, ਮੈਂਬਰਾਂ ਦੀ ਤਾਂ ਪੁੱਛ ਪ੍ਰਤੀਤ ਬੜੀ ਘੱਟ ਹੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹਦੇ 'ਚ ਆਊਗਾ, ਸੁਖਬੀਰ ਉਹਦੇ 'ਚ ਆਊ, ਪ੍ਰਕਾਸ਼ ਸਿੰਘ ਬਾਦਲ ਕਾ ਪਰਿਵਾਰ ਸਾਰਾ ਉਹਦੇ ਵਿੱਚ ਆਉਣਾ ਹੈ। ਕਿਉਂਕਿ ਉਹਨਾਂ ਦਾ ਜਦੋਂ ਟੈਲੀਫੋਨ ਆ ਜਾਂਦਾ ਨਾ, ਇਹ ਉਦਾਂ ਤਾਂ ਇਹ ਗੱਲਾਂ ਕਰਦੇ ਨੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕਰਦੇ ਹਾਂ, ਪਰ ਸੇਵਾ ਕਰਦੇ ਨੇ ਇਹ ਬਾਦਲ ਪਰਿਵਾਰ ਦੀ। ਜੇ ਕਿਸੇ ਨੂੰ ਮਿਸ ਕਾਲ ਵੀ ਸੁਖਬੀਰ ਦੀ ਵੱਜ ਜੇ ਤਾਂ ਚੌ ਚੜ ਜਾਂਦਾ ਲੌਂਗੋਵਾਲ ਵਰਗਿਆਂ ਨੂੰ। ਸੋ ਇਸ ਕਰਕੇ ਇਹਨਾਂ ਨੇ ਸਾਰਾ ਰਲ ਮਿਲ ਕੇ ਇਹ ਕਰਵਾਇਆ। ਪੰਥ ਦੋਖੀਆਂ ਨੂੰ ਇਹਨਾਂ ਨੇ ਸਰੂਪ ਦਿੱਤੇ ਨੇ। ਉਹ ਸਾਰਾ ਜਿਹੜਾ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ, ਮੈਂ ਤਾਂ ਕਹਿੰਦਾ ਵੀ ਦੱਸੋ ਸਰੂਪ ਗਏ ਕਿੱਥੇ ਨੇ। ਉਹ ਤਾਂ ਘੱਟੋ ਘੱਟ ਲੋਕਾਂ ਨੂੰ ਦੱਸਣਾ ਹੀ ਪਊਗਾ ਨਾ। ਸਿਰਫ ਇੰਨਾ ਕਹਿ ਦੇਣਾ ਕਿ ਸੰਗਤ ਕੋਲੇ ਗਏ ਨੇ। ਸੰਗਤ ਤਾਂ ਇਹਨਾਂ ਨੂੰ ਸੌਦਾ ਸਾਧ ਦੇ ਚੇਲੇ ਵੀ ਸੰਗਤ ਲੱਗਦੇ ਨੇ ਜਿਹੜੇ ਇਹਨਾਂ ਨੂੰ ਵੋਟਾਂ ਪਾਉਂਦੇ ਨੇ। ਸੋ ਇਸ ਕਰਕੇ ਇਹ ਸਪਸ਼ਟ ਕਰਨ 328 ਸਰੂਪ ਕਿੱਥੇ ਨੇ, ਤੇ ਜਿਹੜਾ ਹਜ਼ਾਰਾਂ ਦੇ ਸਰੂਪ 'ਚ ਮੈਂ ਘਪਲਾ ਕਹਿ ਰਿਹਾ ਉਹ ਵੀ ਸਾਹਮਣੇ ਆਊਗਾ। ਤੇ ਇਹਨਾਂ ਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਪਊ। ਹੁਣ ਸੰਗਤ ਨੇ ਇਹਨਾਂ ਦਾ ਪਿੱਛਾ ਨਹੀਂ ਜੀ ਛੱਡਣਾ। ਜੀ ਬਿਲਕੁਲ, ਸ਼੍ਰੋਮਣੀ ਕਮੇਟੀ ਦੇ ਵਿੱਚੋਂ ਸਰੂਪ ਚੋਰੀ ਹੋ ਜਾਂਦੇ ਨੇ। ਪਹਿਲਾਂ ਬੁਰਜ ਜਵਾਹਰ ਸਿੰਘ ਗੱਲ ਤੇ ਚੋਰੀ ਹੋਇਆ ਸੀ, ਹਜੇ ਤੱਕ ਲੱਭਿਆ ਨਹੀਂਗਾ। ਉਸ ਤੋਂ ਬਾਅਦ ਉਹਦੀ ਬੇਅਦਬੀ ਜਿਹੜੀ ਕਰਨ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ, ਹਜੇ ਤੱਕ ਜਿਹੜੀ ਆ ਕੌਮ ਨਤੀਜੇ ਭੁਗਤ ਰਹੀ ਆ। ਇੱਕ ਜਿਵੇਂ ਤੁਸੀਂ ਕਲਿਆਣ ਪਿੰਡ ਪਟਿਆਲੇ ਦੇ ਨੇੜੇ ਰਹਿ ਜਾਂਦਾ, ਉੱਥੇ ਜਿਹੜਾ ਕੋਈ ਪੁਰਾਤਨ ਸਰੂਪ ਸੀਗਾ ਜਾਂ ਉਸ ਬਾਰੇ ਡਿਟੇਲ ਦੇ ਵਿੱਚ ਵੀ ਦੱਸਿਓ। ਉਹ ਚੋਰੀ ਹੁੰਦਾ ਜਾਂ ਲਾਪਤਾ ਹੁੰਦਾ, ਉਹਦੇ ਬਾਰੇ ਖੁੱਲ੍ਹ ਕੇ ਇਹ ਜੀ ਆਪਣਾ ਪਟਿਆਲਾ ਨਾਭਾ ਰੋਡ ਤੇ ਪਟਿਆਲੇ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਲਿਆਣਪੁਰ, ਗੁਰਦੁਆਰਾ ਅਰਦਾਸਪੁਰਾ ਸਾਹਿਬ ਹੈ। ਉੱਥੇ ਜਦੋਂ ਮੈਂ ਜਾ ਕੇ ਵੇਖਿਆ, ਉੱਥੇ ਪਿੰਡ ਵਾਲਿਆਂ ਨੇ ਦੱਸਿਆ ਕਿ ਬਾਬਾ ਕਿਰਪਾਲ ਸਿੰਘ ਕੋਈ ਹੋਏ ਨੇ, ਉਹ ਵਿਸ਼ਵ ਯੁੱਧ ਮੌਕੇ ਰਹੇ ਨੇ। ਉਹਨਾਂ ਨੂੰ ਸਰੂਪ ਮਿਲਿਆ ਸੀ, ਸਫਰੀ ਸਰੂਪ ਜਿਹਨੂੰ ਕਹਿੰਦੇ ਆ, ਬਹੁਤ ਛੋਟੇ ਆਕਾਰ ਦਾ। ਜਿਵੇਂ ਦੇ ਸਰੂਪ ਦੇ ਦਰਸ਼ਨ ਅਸੀਂ ਬਾਬਾ ਡੱਲ ਸਿੰਘ ਦੇ ਘਰ ਵਿੱਚ ਕਰਦੇ ਹਾਂ, ਭਾਈ ਡੱਲਾ ਜੀ ਦੇ ਘਰ ਦੇ ਵਿੱਚ ਤਲਵੰਡੀ ਸਾਬੋਂ। ਜਾਂ ਸਭ ਤੋਂ ਛੋਟਾ ਸਰੂਪ ਜਿਹੜਾ ਪਿਛਲੇ ਦਿਨੀ ਐਡਵੋਕੇਟ SH ਫੂਲਕਾ ਸਾਹਿਬ ਨੇ ਵੀ ਦਿਖਾਇਆ, ਦਰਸ਼ਨ ਕਰਵਾਏ ਨੇ ਸੰਗਤ ਨੂੰ, ਉਹਨਾਂ ਦੇ ਘਰ ਵਿੱਚ ਪਿਆ। ਤਾਂ ਮਤਲਬ ਇਸ ਕਿਸਮ ਦਾ ਉਹ ਸਰੂਪ ਸੀਗਾ, ਬਹੁਤ ਛੋਟਾ। ਤਾਂ ਉਹ ਸਰੂਪ ਜੀ 20 ਜੁਲਾਈ ਨੂੰ ਪ੍ਰਬੰਧਕਾਂ ਨੂੰ ਪਤਾ ਲੱਗਿਆ ਕਿ ਸਰੂਪ ਹੈ ਨਹੀਂ। ਉਸ ਤੋਂ ਬਾਅਦ ਉੱਥੇ 29 ਜੁਲਾਈ ਨੂੰ ਪਿੰਡ ਦੀ ਪੰਚਾਇਤ ਜ਼ਿੰਮੇਵਾਰਾਂ ਨੇ ਪ੍ਰਸ਼ਾਸਨ ਨੂੰ ਦੱਸਤਾ। ਪ੍ਰਸ਼ਾਸਨ ਹਰਕਤ 'ਚ ਨਹੀਂ ਆਇਆ। ਤਾਂ ਅਸੀਂ 2 ਅਗਸਤ ਨੂੰ ਉੱਥੇ ਗਏ, ਮੇਰੇ ਨਾਲ ਵੀਰ ਹਰਜੀਤ ਸਿੰਘ ਢਪਾਲੀ ਵੀ ਸੀ, ਦਰਬਾਰੇ ਖਾਲਸਾ ਵੱਲੋਂ ਸੀ ਗਏ, ਹੋਰ ਜਥੇਬੰਦੀਆਂ ਦੇ ਜ਼ਿੰਮੇਵਾਰ ਵੀ ਆਏ ਸੱਜਣ। ਤਾਂ ਉੱਥੇ 5 ਜਿਹੜਾ ਸੀਗਾ ਅਗਸਤ ਨੂੰ ਫਿਰ ਟਾਈਮ ਲਿਆ ਗਿਆ ਪ੍ਰਸ਼ਾਸਨ ਨੇ। ਬਾਰ-ਬਾਰ ਅਸੀਂ 2-3 ਗੇੜੇ ਉੱਥੇ ਦਿੱਤੇ, ਹੋਰ ਵੀ ਅਸੀਂ। ਪਰ ਮੈਂ ਕਹਿੰਦਾ ਵੀ ਪ੍ਰਸ਼ਾਸਨ ਜਿਹੜਾ ਸਿਰਫ ਪੁੱਛ-ਗਿੱਛ ਤੱਕ ਅਜੇ ਗੱਲ ਖੜੀ ਹੈ, ਪਰ ਤਰੀਕੇ ਨਾਲ ਹੈਂਡਲ ਨਹੀਂ ਕਰ ਰਹੇ। ਜਿਵੇਂ ਮਹਾਰਾਣੀ ਪ੍ਰਨੀਤ ਕੌਰ ਦਾ ਜਦੋਂ 23 ਲੱਖ ਰੁਪਈਆ ਟਰਾਂਸਫਰ ਹੋਇਆ ਸੀਗਾ, ਤਾਂ ਦੂਜੇ ਤੀਜੇ ਸੂਬੇ ਦੇ ਵਿੱਚੋਂ ਜਾ ਕੇ ਤੁਰੰਤ ਬੰਦੇ ਜਿਹੜੇ ਫੜੇ ਗਏ ਸੀ। ਤਾਂ ਇੱਥੇ ਤਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ। ਸੋ ਮੈਂ ਕਹਿਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਇਮਾਨਦਾਰੀ ਨਾਲ ਪ੍ਰਸ਼ਾਸਨ ਤੋਂ ਕੰਮ ਕਰਾਓ। ਇਹ ਗੁਰੂ ਗ੍ਰੰਥ ਸਾਹਿਬ ਦਾ ਦੁਰਲੱਭ ਇਤਿਹਾਸਕ ਸਰੂਪ ਹੈ, ਇਹ ਲੱਭਣਾ ਚਾਹੀਦਾ। ਇਹਦੇ ਉੱਤੇ ਹਜੇ ਪ੍ਰਸ਼ਾਸਨ ਦੇ ਹੱਥ ਪੱਲੇ ਕੁਛ ਨਹੀਂ ਲੱਗਿਆ, ਔਰ ਉੱਥੇ ਪ੍ਰਬੰਧਕਾਂ ਦਾ ਰੌਲਾ ਪੈ ਰਿਹਾ ਵੀ ਆਹ ਧਿਰ ਕਾਬਜ਼ ਹੋ ਜੇ, ਆਹ ਧਿਰ ਕਾਬਜ਼ ਹੋਵੇ। ਸਾਡੇ ਇਹੋ ਜਿਹੇ ਉੱਥੇ ਫਿਰ ਪ੍ਰਧਾਨੀਆਂ ਦਾ ਰੌਲਾ ਬਹੁਤ, ਮੈਂ ਕਹਿੰਦਾ ਦੁਖਦਾਇਕ ਗੱਲਾਂ ਨੇ ਜੀ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਚੋਰੀ ਹੋ ਰਹੇ ਹੋਣ, ਸਿੱਖ ਆਪਣੇ ਪ੍ਰਧਾਨਗੀਆਂ ਸੰਭਾਲਣ ਵਾਲੇ ਪਾਸੇ ਤੁਰਦੇ ਫਿਰ ਰਹੇ ਹੋਣ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਜੀ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਵੀ ਹਰੇਕ ਥਾਂ ਤੇ ਸਰੂਪ ਜਿਵੇਂ ਚੋਰੀ ਦੇ ਬਾਅਦ ਚ ਪ੍ਰਧਾਨੀਆਂ ਦਾ ਰੌਲਾ ਹੈ। ਉੱਥੇ ਜਿਵੇਂ ਅੰਮ੍ਰਿਤਸਰ ਹੋਇਆ, ਉੱਥੋਂ ਦੇ ਜਿਹੜੇ ਸੀਗੇ ਸਕੱਤਰ ਸੀਗੇ ਉਹਨਾਂ ਨੂੰ ਲਾਂਭੇ ਕਰ ਦਿੱਤਾ। ਕੀ ਲੱਗਦਾ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਹੱਲ ਨਿਕਲੇਗਾ? ਦੇਖੋ ਜੀ, ਜਿਹੜਾ ਇਹਨਾਂ ਨੇ ਕੀਤਾ ਸਕੱਤਰ ਨੂੰ ਲਾਂਭੇ ਕਰਨਾ, ਇੰਨੀ ਗੱਲ ਨਹੀਂ। ਉਸ ਕਾਨੂੰਨੀ ਕਾਰਵਾਈ ਹੋਣ ਦਿਓ, ਫੌਜਦਾਰੀ ਕੇਸ ਉਹਨਾਂ ਤੇ ਦਰਜ ਹੋਣ। ਜਦੋਂ ਕੋਈ ਫਸਦਾ ਬੰਦਾ, ਫਿਰ ਉਹ ਦੂਜਿਆਂ ਦੇ ਨਾਲ ਦੇ ਪਾਰਟਨਰ ਨੇ ਜਾਂ ਉਹਦੇ ਸੀਨੀਅਰ ਨੇ, ਉਹਨਾਂ ਦੇ ਨਾਂ ਫੇਰ ਹੀ ਲੈਂਦਾ। ਪਹਿਲਾਂ ਤੇ ਕਹਿੰਦੇ ਸੀ ਫੌਜਦਾਰੀ ਕੇਸ ਕਰਾਵਾਂਗੇ, ਹੁਣ ਨਾ ਕਰਦੇ। ਇਸੇ ਕਰਕੇ ਕੀਤੀ ਹੈ ਨਾ ਜੀ। ਉਹੀ ਗੱਲ ਮੈਂ ਤੁਹਾਡੇ ਧਿਆਨ 'ਚ ਲਿਆਂਦੀ ਹੈ ਕਿ ਇਹ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਸਾਰਾ ਇਹ ਮਤਲਬ ਕਿਸੇ, ਦੇਖੋ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਦਾਅ ਤੇ ਲਾਤੇ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦਾਅ ਤੇ ਲਾਤੇ ਬਾਦਲ ਕੇ ਟੱਬਰ ਨੂੰ ਬਚਾਉਣ ਵਾਸਤੇ। ਕਿਉਂਕਿ ਲੌਂਗੋਵਾਲ ਜਥੇਦਾਰਾਂ ਨੂੰ ਔਰ ਅੰਤਰਨ ਕਮੇਟੀ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਬਾਦਲ ਦੇ ਲਿਫਾਫੇ ਦੇ ਵਿੱਚੋਂ ਨਿਕਲੇ ਹਾਂ। ਕਿਉਂਕਿ ਇਹਦੇ ਵਿੱਚ ਬਾਦਲ, ਦੇਖੋ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲ ਦੇ ਲਿਫਾਫੇ ਚੋਂ ਨਿਕਲੇ, ਜਥੇਦਾਰ ਬਾਦਲਾਂ ਦੇ ਲਿਫਾਫੇ ਚੋਂ ਨਿਕਲਦਾ ਹੈ, ਅੰਤਰਨ ਕਮੇਟੀ ਮੈਂਬਰ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਨੇ। ਇਹ ਸਾਰੇ ਰਲ ਮਿਲ ਕੇ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਫੌਜਦਾਰੀ ਮੁਕੱਦਮੇ ਤੋਂ ਜਿਹੜਾ ਬਚ ਰਹੇ ਨੇ। ਇਸੇ ਕਰਕੇ ਇਹ ਸਾਰਾ ਚੱਲ ਰਿਹਾ ਹੈ। ਪਰ ਮੈਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਬੇਨਤੀ ਕਰਦਾ ਆਪ ਜੀ ਦੇ ਮਾਧਿਅਮ ਰਾਹੀਂ ਕਿ ਡਟ ਕੇ ਇਸ ਗੱਲ ਦਾ ਵਿਰੋਧ ਕਰੋ ਤੇ ਇਹਨਾਂ ਮਸੰਦਾਂ ਤੋਂ, ਇਹ ਜਿਹੜੇ ਪਾਵਨ ਸਰੂਪ ਨੇ ਸਾਡੇ, ਇਹਨਾਂ ਦਾ ਹਿਸਾਬ ਹੈ ਜਿਹੜਾ ਜ਼ਰੂਰ ਸਾਨੂੰ ਲੈਣਾ ਚਾਹੀਦਾ। ਜੀ ਬਿਲਕੁਲ, ਸਮਾਂ ਬਹੁਤ ਘੱਟ ਹੈ, ਪਰ ਇੱਕ ਸਵਾਲ ਆਖਰੀ, ਸ਼੍ਰੋਮਣੀ ਕਮੇਟੀ ਤੇ ਜਿਹੜੇ ਜਥੇਦਾਰ ਵੱਲੋਂ ਫੈਸਲੇ ਲੈ ਜਾ ਰਹੇ, ਕੀ ਤੁਸੀਂ ਸੰਤੁਸ਼ਟ ਹੋ? ਦੇਖੋ ਜੀ, ਸੰਤੁਸ਼ਟੀ ਵਾਲੀ ਤਾਂ ਕੋਈ ਗੱਲ ਨਹੀਂ। ਸ਼੍ਰੋਮਣੀ ਕਮੇਟੀ ਤਾਂ ਬਿਲਕੁਲ ਹੀ ਮਤਲਬ ਕਹਿ ਲਓ ਬਾਦਲਾਂ ਦੀ ਰਖੇਲ ਬਣ ਕੇ ਕੰਮ ਕਰ ਰਹੀ ਹੈ। ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਦੀ ਗੱਲ ਹੈ, ਉਹਨਾਂ ਦੇ ਕੁਝ ਬਿਆਨ, ਸਿਰਫ ਬਿਆਨ ਬਹੁਤ ਸੋਹਣੇ ਆਉਂਦੇ ਨੇ, ਪਰ ਪ੍ਰੈਕਟੀਕਲੀ ਅਮਲ, ਕਿਉਂਕਿ ਉਹਨਾਂ ਦੇ ਮੈਨੂੰ ਲੱਗਦਾ ਨਹੀਂ ਕੋਈ ਹੱਥ ਵੱਸ ਹੈਗੀ ਇਹ ਗੱਲ, ਪ੍ਰੈਕਟੀਕਲੀ ਅਮਲ ਕੋਈ ਨਹੀਂ ਹੁੰਦਾ। ਤੇ ਉਹ ਵੀ ਇੱਕ ਬੜਾ ਵੱਡਾ ਤਰੀਕਾ ਹੈਗਾ
ਕਿ ਮਤਲਬ ਮੈਨੂੰ ਇਹ ਵੀ ਲੱਗਦਾ ਹੈ ਕਿ ਜਥੇਦਾਰ ਰਾਹੀਂ ਜਿਹੜੀ ਬਾਦਲਾਂ ਦੀ ਇਮੇਜ ਹੈ, ਜਥੇਦਾਰ ਦੀ ਇਮੇਜ ਥੋੜੀ ਜਿਹੀ ਵਧਾਓ ਬਣਾਓ, ਤਾਂ ਜੋ ਵਿਧਾਨ ਸਭਾ ਚੋਣਾਂ ਮੌਕੇ ਬਾਦਲਾਂ ਨੂੰ ਫਿਰ ਫਾਇਦਾ ਦਿੱਤਾ ਜਾ ਸਕੇ। ਕੋਈ ਇਸ ਕਿਸਮ ਦੀ ਗੱਲ ਵੀ ਹੋ ਸਕਦੀ ਹੈ। ਸੋ ਮੈਨੂੰ ਲੱਗਦਾ ਵੀ ਅਜੇ ਸਿਆਸੀ ਲਾਹਾ ਲੈਣ ਲਈ ਅਜੇ ਤੱਕ ਤਾਂ ਜਿਹੜੇ ਕੁੜ ਕਿਤੇ ਤੇ ਆਂਡੇ ਕਿਤੇ ਵਾਲੀ ਗੱਲ ਹੀ ਹੈ ਜਿਹੜੀ ਜਥੇਦਾਰਾਂ ਦੀ ਹੈਗੀ ਹੈ, ਕੋਈ ਪ੍ਰੈਕਟੀਕਲ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ ਗੱਲ। ਨਹੀਂ ਤਾਂ ਹੁਣ ਜਿੱਡਾ ਖੁਲਾਸੇ ਹੋ ਗਏ ਸੀਗੇ, ਇਹਨਾਂ ਨੇ ਜਾਂਚ ਟੀਮ ਬਣਾਈ ਹੈ, ਜਾਂਚ ਕਮੇਟੀ ਬਣਾਈ ਹੈ। ਪਹਿਲਾਂ ਤਾਂ ਉਹ ਜਸਟਿਸ ਨਵਤਾ ਸਿੰਘ ਉਹਦਾ ਪਤਾ ਲੱਗਣਾ ਚਾਹੀਦਾ, ਉਹ ਘਰੇਲੂ ਕਾਰਨਾਂ ਦਾ ਬਹਾਨਾ ਬਣਾ ਕੇ ਉਹ ਜਾਂਚ ਤੋਂ ਪਿੱਛੇ ਹਟ ਗਏ। ਫਿਰ ਚਲੋ ਉਹਨਾਂ ਨੇ ਜਿਨ੍ਹਾਂ ਨੇ ਵੀ ਜਾਂਚ ਕੀਤੀ ਹੈ, ਵਕੀਲ ਆਪਣੇ ਹੈਗੇ ਨੇ ਈਸਰ ਸਿੰਘ ਹੋਰਾਂ ਨੇ ਕੀਤੀ ਹੈ, ਤਾਂ ਉਹ ਜਿਹੜੀ ਜਾਂਚ ਹੋਈ ਹੈ ਹਾਲਾਂਕਿ ਉਹ ਜਾਂਚ ਨੂੰ ਵੀ ਮੈਂ ਪੂਰਨ ਤੌਰ ਤੇ ਸੰਤੁਸ਼ਟ ਨਹੀਂ, ਪਰ ਜਿਸ ਲੈਵਲ ਦੀ ਜਾਂਚ ਹੋਈ ਹੈ ਉਹਦੇ ਆਧਾਰ ਤੇ ਵੀ ਕੋਈ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਕੰਮ ਨਹੀਂ ਆਇਆ। ਜਥੇਦਾਰ ਦਾ ਕੰਮ ਸਿਰਫ ਜਾਂਚ ਕਰਵਾਉਣਾ ਹੀ ਨਹੀਂ ਸੀਗਾ, ਉਸ ਤੋਂ ਅੱਗੇ ਵੀ ਜਿਹੜੀ ਕਾਰਵਾਈ ਲਈ ਬਣਦੇ ਆਦੇਸ਼ ਦੇਣੇ ਚਾਹੀਦੇ ਸੀ। ਉੱਦਾਂ ਤਾਂ ਇਹ 2 ਮਿੰਟ ਲਾਉਂਦੇ ਆ ਕਿਸੇ ਨੂੰ ਟੰਗਣਾ ਹੋਵੇ, ਤੇ ਜੇ ਮਤਲਬ ਕੋਈ ਪ੍ਰਚਾਰਕਾਂ ਤੇ ਕਰਨਾ ਹੈ ਜਾਂ ਦੂਜੇ ਵਿਦਵਾਨਾਂ ਤੇ ਕਰਨਾ ਹੈ, ਸੋ ਇਹ ਤਾਂ ਬਹੁਤ ਵੱਡਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦਾ। ਸੋ ਇਹਨਾਂ ਨੂੰ ਤੁਰੰਤ ਜਿਹੜਾ ਇਹਦੇ ਤੇ ਕਰਨਾ ਚਾਹੀਦਾ ਕਾਰਵਾਈ। ਜੀ ਬਿਲਕੁਲ, ਇਹ ਸਨ ਮਾਝੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਉਹ ਚੋਰੀ ਜਿਹੜੀ ਉੱਥੋਂ ਲਾਪਤਾ ਹੁੰਦੇ ਨੇ ਜਾਂ ਚੋਰੀ ਹੁੰਦੀ ਜਾਂ ਕੀ ਕੁਛ ਹੁੰਦਾ, ਕਲਿਆਣ ਪਿੰਡ ਦੇ ਵਿੱਚ ਵੀ ਹੁੰਦੀ ਆ, ਪਰ ਜਿਹੜਾ ਉਹ ਕਾਬਲ ਕੌਣ ਨੇ ਜਿਨ੍ਹਾਂ ਨੇ ਕਾਰਵਾਈ ਕਰਾਉਣੀ ਆ, ਕਾਰਵਾਈ ਕਿਉਂ ਨਹੀਂ ਕਰਵਾਈ ਜਾਂਦੀ। ਇੱਕ ਸਵਾਲ ਤੁਹਾਨੂੰ ਇਹ ਵੀ ਪੁੱਛ ਲੈਂਦੇ ਆ ਕਿ ਉਹ ਜਿਵੇਂ ਕਿਹਾ ਸੀਗਾ ਕੈਪਟਨ ਸਰਕਾਰ ਬਣੀ ਸੀ, ਕਹਿੰਦੇ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਬੇਅਦਬੀ ਕਰਨ ਵਾਲੇ ਜਿਹੜੀਆਂ ਸਲਾਖਾਂ ਉਹ ਸਿੱਧੀਆਂ ਬਾਦਲ ਕੇ ਘਰ ਨੂੰ ਜਾਂਦੀਆਂ। 3 ਸਾਲ ਦੇ ਕਰੀਬ 3.5 ਸਾਲ ਦੇ ਕਰੀਬ ਸ਼ਾਇਦ ਸਰਕਾਰ ਨੂੰ ਹੋ ਚੁੱਕੇ ਹੋਣਗੇ, ਮੈਂ ਗਲਤ ਨਾ ਹੋਵਾਂ ਤਾਂ, ਪਰ ਤੁਹਾਨੂੰ ਲੱਗਦਾ ਕੋਈ ਹੱਲ ਕੱਢਿਆ? ਦੇਖੋ ਜੀ, ਅਜੇ ਤੱਕ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੈਪਟਨ ਸਰਕਾਰ ਕਰ ਰਹੇ ਨੇ, ਕੈਪਟਨ ਸਰਕਾਰ ਕਰ ਰਹੀ ਹੈ, ਪਰ ਜਿਹੜਾ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ, ਅਸੀਂ ਪਹਿਲੇ ਦਿਨ ਤੋਂ ਕਹਿੰਦੇ ਹਾਂ, ਬਾਈਬਲ ਕਲਾਂ ਤੇ ਕੋਟਕਪੂਰਾ ਜਿਹੜਾ ਗੋਲੀकांड ਹੈ ਉਹਦਾ ਮਾਸਟਰਮਾਈਂਡ ਸੁਖਬੀਰ ਬਾਦਲ ਤੇ ਸਮੇਤ ਸੈਣੀ ਨੇ। ਇਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਵੇ। ਜਿੰਨਾ ਚਿਰ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ, ਸਿੱਖਾਂ ਦੇ ਹਿਰਦੇ ਜਿਹੜੇ ਨੇ ਉਹ ਕਦੇ ਵੀ ਠੰਡੇ ਨਹੀਂ ਹੋ ਸਕਦੇ। ਤਾਂ ਮਤਲਬ ਹੁਣ ਸਿਰਫ ਨਾਮਜ਼ਦ ਕੀਤਾ ਸੌਦਾ ਸਾਧ ਦਾ ਨਾਂ, ਉਹਦੇ ਨਾਲ ਇਕੱਲੀ ਗੱਲ ਨਹੀਂ ਬਣਦੀ ਕਾਰਵਾਈ ਇਹੋ ਜਿਹੀ ਸਖਤ ਸਜ਼ਾ ਦਿਓ। ਦੇਖੋ, ਜੇ 1986 ਦੇ ਵਿੱਚ ਜਿਹੜਾ ਨਕੋਦਰ ਕਾਂਡ ਵਾਪਰਿਆ, ਜਦੋਂ ਸਾਡੇ ਪਾਵਨ ਗੁਰੂ ਮਹਾਰਾਜ ਦੇ ਸਰੂਪ ਵੀ ਅਗਨ ਭੇਟ ਹੋਏ ਔਰ ਉਹਦੇ ਨਾਲ ਸਾਡੇ 4 ਨੌਜਵਾਨ ਸ਼ਹੀਦ ਹੋ ਗਏ ਸੀ, ਜੇ ਬਰਨਾਲਾ ਸਰਕਾਰ ਦੇ ਵਕਤ ਉਹਨਾਂ ਬਦਮਾਸ਼ਾਂ ਦੇ ਉੱਤੇ ਜਿਹੜਾ ਦਰਬਾਰਾ ਸਿੰਘ ਗੁਰੂ ADC ਹੈ ਉਹਦੇ ਸੈਨਾ ਦੇ ਨਾਲ ਅਣਪਛਾਤੀਆਂ ਕਹਿ ਕੇ ਲਾਸ਼ਾਂ ਸਾਡੇ ਨੌਜਵਾਨਾਂ ਦੀਆਂ ਸਾੜੀਆਂ ਗਈਆਂ ਸੀ, ਜੇ ਇਹੋ ਜਿਹੇ ਦੁਸ਼ਟਾਂ ਦੇ ਉੱਤੇ ਕਾਰਵਾਈ ਹੁੰਦੀ, ਇਜ਼ਹਾਰ ਆਲਮ ਜਿਹੜਾ ਬਾਦਲ ਦਾ ਜੁੰਡੀ ਦਾ ਯਾਰ ਹੈ, ਇਹਨਾਂ ਦੇ ਦੋਸ਼ੀਆਂ ਤੇ ਕਾਰਵਾਈ ਹੁੰਦੀ, ਜਾਂ ਉਹ ਬੇਅਦਬੀ ਕਰਨ ਵਾਲੇ ਮਾਸਟਰਮਾਈਂਡ ਲੱਭੇ ਜਾਂਦੇ, ਰਮਾਕਾਂਤ ਜਲੋਟੇ ਹੋਰਾਂ ਦਾ ਨਾਂ ਉਦੋਂ ਸਿੱਖ ਲੈ ਰਹੇ ਸੀ, ਤਾਂ ਮੁੜ ਕੇ ਜਿਹੜਾ ਬਰਗਾੜੀ ਕਾਂਡ ਨਹੀਂ ਸੀ ਵਾਪਰਨਾ। ਜੇ ਬਰਗਾੜੀ ਕਾਂਡ ਦੇ ਉੱਤੇ ਬਣਦੀ ਕਾਰਵਾਈ ਹੋ ਜਾਂਦੀ ਤਾਂ ਜਿਹੜਾ ਇੱਕ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ, ਉਹ ਰੁਕ ਜਾਣਾ ਸੀ। ਸੋ ਜਦੋਂ ਅਸੀਂ ਗੁੰਡਾ ਅਨਸਰਾਂ ਨੂੰ ਬਣਦੀ ਸਜ਼ਾ ਨਹੀਂ ਦਿੰਦੇ ਤਾਂ ਉਹਦੇ ਨਾਲ ਹੌਸਲੇ ਬੁਲੰਦ ਹੁੰਦੇ ਨੇ ਉਹਨਾਂ ਦੇ, ਤੇ ਉਹ ਹੋਰ ਇਹੋ ਜਿਹੀਆਂ ਫਿਰਕੂ ਘਿਨਾਉਣੀਆਂ ਕਾਰਵਾਈਆਂ ਕਰਦੇ ਨੇ ਤੇ ਸਮਾਜ ਦੇ ਵਿੱਚ ਅੱਗ ਲਾਉਣ ਦਾ ਜਿਹੜਾ ਯਤਨ ਹੈ ਉਹ ਕਰਦੇ ਨੇ। ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਚੋਣਾਂ 'ਚ ਵਾਅਦਾ ਕਰਕੇ ਆਏ ਸੀਗੇ, ਉਸ ਵਾਅਦੇ ਨੂੰ ਪੂਰੇ ਕਰਨ, ਨਹੀਂ ਤਾਂ ਪੰਜਾਬ ਦੇ ਅਣਖੀ ਲੋਕਾਂ ਨੇ ਕੈਪਟਨ ਦਾ ਜਿਹੜਾ ਹਸ਼ਰ ਹੈ ਉਹ ਵੀ ਬਾਦਲਾਂ ਵਾਲਾ ਕਰ ਦੇਣਾ ਜੀ। ਜੀ ਬਿਲਕੁਲ, ਜੇਕਰ ਜਦੋਂ ਵਾਅਦੇ ਕੀਤੇ ਹੁਣ ਸਰਕਾਰ ਨੇ ਉਹ ਜੇ ਪੂਰੇ ਨਹੀਂ ਕਰਦੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹਸ਼ਰ ਆ ਤੁਸੀਂ ਦੇਖਿਆ ਹੀ ਹੈ, 10 ਸਾਲ ਰਾਜ ਕਰਨ ਦੀਆਂ ਕਰਕੇ ਜੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ 10 ਸਾਲ ਹੀ ਰਾਜ ਨਸੀਬ ਹੋਇਆ। ਉਸ ਤੋਂ ਬਾਅਦ ਪਲਟਮਾਰ ਕਰਕੇ ਕੈਪਟਨ ਦੀ ਸਰਕਾਰ ਆਈ, ਪਰ ਜਿਹੜਾ ਹੱਲ ਨਹੀਂ ਨਿਕਲਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੱਲ ਹੋਵੇ, ਪੰਜਾਬ ਦੇ ਵਿੱਚ ਨਸ਼ਿਆਂ ਦਾ ਹੱਲ ਹੋਵੇ, ਕੋਈ ਵੀ ਹੱਲ ਨਹੀਂ ਹੋਇਆ। ਬਾਈਬਲ ਗੋਲੀकांड ਦੇ ਵਿੱਚ 2 ਸਿੰਘ ਸ਼ਹੀਦ ਹੋਏ ਆ, ਉਹ ਇਨਸਾਫ ਲਈ ਦਰ ਭਟਕਦੇ ਫਿਰਦੇ ਆ, ਪਰ ਉੱਥੇ ਵੀ ਨਹੀਂ ਹੱਲ ਨਿਕਲਿਆ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋ ਜਾਂਦੇ ਨੇ। ਉਸ ਤੋਂ ਬਾਅਦ ਕਲਿਆਣ ਪਿੰਡ ਦੇ ਵਿੱਚੋਂ ਸਰੂਪ ਲਾਪਤਾ ਹੋ ਜਾਂਦੇ ਨੇ, ਪਰ ਪ੍ਰਧਾਨਗੀਆਂ ਦੇ ਰੌਲੇ 77 ਪਾਸੇ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਨੂੰ ਵੀ ਮੋਹ ਪਿਆਰ ਜਿਹੜਾ ਨਹੀਂ ਹੈਗਾ ਇੱਥੋਂ ਇਹ ਹੀ ਜਾਪਦਾ। ਪਰ ਕੌਣ ਕਰੇਗਾ ਸ਼੍ਰੋਮਣੀ ਕਮੇਟੀ ਤੇ ਕਾਬਲ ਹੋ ਕੇ, ਕੌਣ ਇਹਨਾਂ ਦੀਆਂ ਚੀਜ਼ਾਂ ਦੇ ਜਿਹੜੇ ਹੱਲ ਕੱਢੇਗਾ? ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਦੀ ਲੋੜ ਹੈ, ਜਾਂ ਉੱਥੋਂ ਦੇ ਜਿਹੜੇ ਜਥੇਦਾਰ ਵੱਲੋਂ ਲਏ ਜਾਂਦੇ ਫੈਸਲੇ ਜਿਹੜੇ ਜਿਵੇਂ ਦੱਸਿਆ ਮਾਝੀ ਸਾਹਿਬ ਨੇ ਕਿ ਉਹ ਬਿਆਨੀ ਤੌਰ ਤੇ ਤਾਂ ਪੂਰੇ ਸਹੀ ਬਿਆਨ ਦਿੰਦੇ ਨੇ, ਪਰ ਗਰਾਊਂਡ ਰਿਪੋਰਟ ਦੇਖੀਏ ਤਾਂ ਉਹਦੇ ਵਿੱਚੋਂ ਰਿਜ਼ਲਟ ਕੁਛ ਨਹੀਂ ਨਿਕਲਦਾ। ਜਿਸ ਤਰ੍ਹਾਂ ਬਿਆਨ ਦਿੰਦੇ ਨੇ, ਜੇਕਰ ਉਹ ਕਾਰਵਾਈ ਕਰਾਉਣ ਤੇ ਹੋ ਸਕਦਾ, ਉਮੀਦ ਵੀ ਕਰਦੇ ਹਾਂ ਕਿ ਇਹਦਾ ਹੱਲ ਜਿਹੜਾ ਉਹ ਜਲਦ ਕੱਢ ਸਕਦੇ ਨੇ, ਕਿਉਂਕਿ ਉਹ ਕੌਮ ਦੇ ਚੁਣੇ ਹੋਏ ਜਥੇਦਾਰ ਨੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।